हेलो स्टूडेंट्स। अज का जो अपना टॉपिक है सिंबल ऑफ एलिमेंट्स, आयंस एंड राइटिंग फार्मूला ऑफ कंपाउंड्स। Symbols. The shorthand notation used for full name of element is called symbol। मतलब ਕਿਸੇ ਵੀ ਐਲੀਮੈਂਟ ਦੇ ਪੂਰੇ ਨਾਂ ਦੀ ਬਜਾਏ ਆਪਾਂ ਉਸ ਨੂੰ ਸ਼ਾਰਟ ਨੋਟੇਸ਼ਨ ਦੇ ਵਿੱਚ ਲਿਖਾਂਗੇ ਤਾਂ ਉਸ ਸ਼ਾਰਟ ਨੋਟੇਸ਼ਨ ਨੂੰ ਉਸ ਐਲੀਮੈਂਟ ਦਾ ਸਿੰਬਲ ਆਖਦੇ ਹਨ। ਉਦਾਹਰਨ ਦੇ ਤੌਰ ਤੇ ਹਾਈਡਰੋਜਨ ਦਾ ਜੋ ਸਿੰਬਲ ਹੈ ਉਹ H, ਆਕਸੀਜਨ ਦਾ ਜੋ ਸਿੰਬਲ ਹੈ O, ਕਾਰਬਨ ਦਾ ਜੋ ਸਿੰਬਲ ਹੈ C, ਨਾਈਟ੍ਰੋਜਨ ਦਾ ਜੋ ਸਿੰਬਲ ਹੈ N। ਜਦੋਂ ਵੀ ਕਿਸੇ ਵੀ ਆਪਾਂ ਐਲੀਮੈਂਟ ਦਾ ਜੋ ਸਿੰਬਲ ਹੈ ਉਹ ਲਿਖਣਾ ਹੈ ਤਾਂ ਉਹ ਹਮੇਸ਼ਾ ਕੈਪੀਟਲ ਲੈਟਰ ਤੋਂ ਸ਼ੁਰੂ ਕਰਾਂਗੇ। ਇਸ ਵਿੱਚ ਜਿੰਨੀਆਂ ਵੀ ਆਪਾਂ ਉਦਾਹਰਨਾਂ ਕੀਤੀਆਂ ਹਨ, ਹਰੇਕ ਐਲੀਮੈਂਟ ਦਾ ਜੋ ਸਿੰਬਲ ਹੈ ਇੱਕ ਅੱਖਰ ਦੇ ਵਿੱਚ ਲਿਖਿਆ ਗਿਆ ਹੈ। ਠੀਕ ਹੈ, ਪਰ ਜੇਕਰ ਜਿਵੇਂ ਕਿ ਕੈਲਸ਼ੀਅਮ ਦਾ ਜੋ ਸਿੰਬਲ ਹੈ Ca, C ਕੈਪੀਟਲ ਹੋਵੇਗੀ ਅਤੇ A ਛੋਟੀ ਹੋਵੇ। ਕਿਸੇ ਵੀ ਐਲੀਮੈਂਟ ਦਾ ਜਦੋਂ ਵੀ ਆਪਾਂ ਸਿੰਬਲ ਲਿਖਾਂਗੇ ਤਾਂ ਉਹ ਹਮੇਸ਼ਾ ਕੈਪੀਟਲ ਲੈਟਰ ਨਾਲ ਸਟਾਰਟ ਕਰਾਂਗੇ। ਜੇ 2 ਅੱਖਰ ਦਾ ਸਿੰਬਲ ਹੈ ਤਾਂ ਜਿਹੜਾ ਦੂਸਰਾ ਅੱਖਰ ਹੋਵੇਗਾ ਉਹ ਸਮਾਲ ਦੇ ਵਿੱਚ ਹੋਵੇਗਾ। ਐਟਮ, the smallest particle of an element which may or may not be capable of independent existence is called atom। ਐਟਮ ਕਿਸੇ ਵੀ ਐਲੀਮੈਂਟ ਦਾ ਸਭ ਤੋਂ ਛੋਟਾ ਪਾਰਟ ਹੈ ਜੋ ਇਕੱਲਾ ਰਹਿ ਵੀ ਸਕਦਾ ਹੈ ਤੇ ਨਹੀਂ ਵੀ। ਉਦਾਹਰਨ ਦੇ ਤੌਰ ਤੇ ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਹੀਲੀਅਮ, ਨਿਆਨ, ਆਰਗਨ। ਆਪਾਂ ਕੁਝ ਉਦਾਹਰਨਾਂ ਉਸ ਐਟਮਸ ਦੀ ਕਰਾਂਗੇ ਜੋ ਇਕੱਲੇ ਨਹੀਂ ਰਹਿ ਸਕਦੇ। ਹਾਈਡਰੋਜਨ ਹਮੇਸ਼ਾ ਆਪਾਂ ਨੂੰ H2 ਦੀ ਫਾਰਮ 'ਚ ਮਿਲਦਾ। ਆਕਸੀਜਨ O2 ਦੀ ਫਾਰਮ 'ਚ, O3 ਵੀ ਹੋ ਸਕਦਾ। ਨਾਈਟ੍ਰੋਜਨ N2। ਉਹ ਉਦਾਹਰਨਾਂ ਜੋ ਇਕੱਲੀਆਂ ਰਹਿ ਸਕਦੀਆਂ ਹਨ, ਜੋ ਐਟਮ ਸਿੰਗਲ ਰਹਿ ਸਕਦੇ ਹਨ। ਹੀਲੀਅਮ, ਨਿਆਨ, ਆਰਗਨ। Molecules, the smallest particle of a substance which is capable of independent existence is called molecule। ਮਤਲਬ ਕਿਸੇ ਵੀ ਸਬਸਟੈਂਸ ਦਾ ਸਭ ਤੋਂ ਛੋਟਾ ਪਾਰਟ ਜਿਹੜਾ ਕਿ ਇਕੱਲਾ ਰਹਿ ਸਕਦਾ ਹੈ ਉਸ ਨੂੰ ਆਪਾਂ ਮੋਲੀਕਿਊਲ ਆਖਦੇ ਹਾਂ। ਟਾਈਪਸ ਆਫ ਮੋਲੀਕਿਊਲ, ਮੋਲੀਕਿਊਲਸ ਦੀਆਂ ਕਿਸਮਾਂ। ਹੋਮੋ ਅਟੋਮਿਕ ਮੋਲੀਕਿਊਲਸ, ਦੂਸਰਾ ਹੈ ਹੀਟਰੋ ਅਟੋਮਿਕ ਮੋਲੀਕਿਊਲਸ। homoatomic molecules, the molecules which are made up of atoms of the same elements are called homoatomic molecules। ਮਤਲਬ ਉਹ ਮੋਲੀਕਿਊਲ ਜਿਹੜੇ ਕਿ ਇੱਕ ਹੀ ਤਰ੍ਹਾਂ ਦੇ ਐਟਮ ਤੋਂ ਮਿਲ ਕੇ ਬਣਦੇ ਹਨ, ਉਸ ਤਰ੍ਹਾਂ ਦੇ ਮੋਲੀਕਿਊਲ ਨੂੰ ਆਪਾਂ ਹੋਮੋਐਟੋਮਿਕ ਮੋਲੀਕਿਊਲਸ ਆਖਦੇ ਹਾਂ। ਉਦਾਹਰਨ ਦੇ ਤੌਰ ਤੇ ਹਾਈਡਰੋਜਨ H2, ਆਕਸੀਜਨ O2, ਨਾਈਟ੍ਰੋਜਨ N2 ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਮੋਲੀਕਿਊਲ ਹੋਰ ਵੀ ਹਨ। ਹੈਟਰੋ ਅਟੋਮਿਕ ਮੋਲੀਕਿਊਲਸ, ਹੈਟਰੋ ਦਾ ਮਤਲਬ ਡਿਫਰੈਂਟ, ਅਲੱਗ ਅਲੱਗ। The molecules which are made up of atoms of the different elements are called heteroatomic molecules। ਉਹ ਮੋਲੀਕਿਊਲਸ ਜਿਹੜੇ ਕਿ ਇੱਕ ਤੋਂ
ਵੱਧ ਤਰ੍ਹਾਂ ਦੇ ਐਟਮ ਤੋਂ ਮਿਲ ਕੇ ਬਣਦੇ ਹਨ ਉਸ ਤਰ੍ਹਾਂ ਦੇ ਮੋਲੀਕਿਊਲਸ ਨੂੰ ਆਪਾਂ ਹੈਟਰੋਐਟੋਮਿਕ ਮੋਲੀਕਿਊਲਸ ਆਖਦੇ ਹਾਂ। ਉਦਾਹਰਨ ਦੇ ਤੌਰ ਤੇ ਕਾਰਬਨ ਡਾਈਆਕਸਾਈਡ CO2 ਜੋ ਕਿ ਕਾਰਬਨ ਅਤੇ ਆਕਸੀਜਨ ਤੋਂ ਮਿਲ ਕੇ ਬਣਿਆ ਹੈ। ਵਾਟਰ ਫਾਰਮੂਲਾ H2O ਹਾਈਡਰੋਜਨ ਅਤੇ ਆਕਸੀਜਨ ਤੋਂ ਮਿਲ ਕੇ ਬਣਿਆ ਹੈ। ਅਗਲਾ ਟੌਪਿਕ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਆਪਾਂ ਨੂੰ ਐਲੀਮੈਂਟਸ, ਉਹਨਾਂ ਦੇ ਸਿੰਬਲ ਅਤੇ ਉਹਨਾਂ ਦੇ ਐਟੋਮਿਕ ਮਾਸ ਯਾਦ ਕਰਨੇ ਪੈਣਗੇ। ਜਿਵੇਂ ਹਾਈਡਰੋਜਨ ਸਿੰਬਲ H, ਐਟੋਮਿਕ ਨੰਬਰ 1, ਐਟੋਮਿਕ ਮਾਸ 1। ਹੀਲੀਅਮ ਸਿੰਬਲ He, ਐਟੋਮਿਕ ਨੰਬਰ 2, ਐਟੋਮਿਕ ਮਾਸ 4। ਲਿਥੀਅਮ ਸਿੰਬਲ Li, ਐਟੋਮਿਕ ਨੰਬਰ 3, ਐਟੋਮਿਕ ਮਾਸ 7। ਬੈਰੀਲੀਅਮ ਐਟੋਮਿਕ ਨੰਬਰ 4, ਐਟੋਮਿਕ ਮਾਸ 9, ਸਿੰਬਲ Be। ਬੋਰਾਨ ਸਿੰਬਲ B, ਐਟੋਮਿਕ ਨੰਬਰ 5, ਐਟੋਮਿਕ ਮਾਸ 11। ਕਾਰਬਨ ਸਿੰਬਲ C, ਐਟੋਮਿਕ ਨੰਬਰ 6, ਐਟੋਮਿਕ ਮਾਸ 12। ਨਾਈਟ੍ਰੋਜਨ ਸਿੰਬਲ N, ਐਟੋਮਿਕ ਨੰਬਰ 7, ਐਟੋਮਿਕ ਮਾਸ 14। ਆਕਸੀਜਨ O, ਐਟੋਮਿਕ ਨੰਬਰ 8, ਐਟੋਮਿਕ ਮਾਸ 16। ਫਲੋਰੀਨ ਸਿੰਬਲ F, ਐਟੋਮਿਕ ਨੰਬਰ 9, ਐਟੋਮਿਕ ਮਾਸ 19। ਨਿਓਨ ਸਿੰਬਲ Ne, ਐਟੋਮਿਕ ਨੰਬਰ 10, ਐਟੋਮਿਕ ਮਾਸ 21। ਸੋਡੀਅਮ ਸਿੰਬਲ Na, ਐਟੋਮਿਕ ਨੰਬਰ 11, ਐਟੋਮਿਕ ਮਾਸ 23। ਮੈਗਨੀਸ਼ੀਅਮ Mg, ਐਟੋਮਿਕ ਨੰਬਰ 12, ਐਟੋਮਿਕ ਮਾਸ 24। ਐਲੂਮੀਨੀਅਮ Al, ਐਟੋਮਿਕ ਨੰਬਰ 13, ਐਟੋਮਿਕ ਮਾਸ 27। ਸਿਲੀਕॉन Si, ਐਟੋਮਿਕ ਨੰਬਰ 14, ਐਟੋਮਿਕ ਮਾਸ 29। ਫਾਸਫੋਰਸ P, ਐਟੋਮਿਕ ਨੰਬਰ 15, ਐਟੋਮਿਕ ਮਾਸ 31। ਸਲਫਰ ਸਿੰਬਲ S, ਐਟੋਮਿਕ ਨੰਬਰ 16, ਐਟੋਮਿਕ ਮਾਸ 32। ਕਲੋਰੀਨ ਸਿੰਬਲ Cl, ਐਟੋਮਿਕ ਨੰਬਰ 17, ਐਟੋਮਿਕ ਮਾਸ 35.5। ਆਰਗਨ Ar, ਐਟੋਮਿਕ ਨੰਬਰ 18, ਐਟੋਮਿਕ ਮਾਸ 40। ਪੋਟਾਸ਼ੀਅਮ ਸਿੰਬਲ K, ਐਟੋਮਿਕ ਨੰਬਰ 19, ਐਟੋਮਿਕ ਮਾਸ 39। ਕੈਲਸ਼ੀਅਮ ਐਟੋਮਿਕ ਨੰਬਰ 20, ਐਟੋਮਿਕ ਮਾਸ 40, ਸਿੰਬਲ Ca। ਵੈਲੈਂਸੀ The combining capacity of an element is called valency। ਮਤਲਬ ਕਿਸੇ ਵੀ ਐਲੀਮੈਂਟ ਦੀ ਜੋ ਬੌਂਡ ਬਣਾਉਣ ਦੀ ਕਪੈਸਿਟੀ ਹੈ ਉਸ ਨੂੰ ਆਪਾਂ ਵੈਲੈਂਸੀ ਆਖਦੇ ਹਾਂ। ਉਦਾਹਰਨ ਦੇ ਤੌਰ 'ਤੇ HBr, H2S, NH3, CH4। ਇਹਨਾਂ ਦੇ ਕੇਸ ਦੇ ਵਿੱਚ ਹਾਈਡਰੋਜਨ ਦੀ ਜੋ ਵੈਲੈਂਸੀ ਹੈ ਉਹ 1 ਹੈ, 1 ਮਤਲਬ 1। ਬ੍ਰੋਮੀਨ 1, ਸਲਫਰ 2, ਨਾਈਟ੍ਰੋਜਨ 3, ਕਾਰਬਨ 4। ਹਾਈਡਰੋਜਨ ਹਮੇਸ਼ਾ ਹੀ ਇੱਕ ਬੌਂਡ ਬਣਾਉਂਦਾ ਹੈ। ਹੁਣ ਬ੍ਰੋਮੀਨ ਦੇ ਨਾਲ ਇੱਕ ਹਾਈਡਰੋਜਨ ਅਟੈਚ ਹੈ, ਮਤਲਬ ਬ੍ਰੋਮੀਨ ਵੀ ਇੱਕ ਬੌਂਡ ਬਣਾਉਂਦਾ ਹੈ। ਇਹਦਾ ਮਤਲਬ ਹਾਈਡਰੋਜਨ ਦੇ ਨਾਲ ਇੱਕ ਬ੍ਰੋਮੀਨ ਅਟੈਚ ਹੈ ਤਾਂ ਬ੍ਰੋਮੀਨ ਦੀ ਜੋ ਵੈਲੈਂਸੀ ਹੈ ਉਹ ਵੀ 1 ਹੋਵੇਗੀ। H2S ਹਾਈਡਰੋਜਨ ਦੀ ਵੈਲੈਂਸੀ 1 ਹੁੰਦੀ ਹੈ। ਹਾਈਡਰੋਜਨ 2 ਨੇ, ਸਲਫਰ 1 ਨੇ, ਇਹਦਾ ਮਤਲਬ ਸਲਫਰ ਦੀ ਵੈਲੈਂਸੀ ਹੈ ਜੋ 2 ਹੋਵੇਗੀ। NH3 NH3 ਦੇ ਵਿੱਚ 3 ਹਾਈਡਰੋਜਨ ਹਨ, ਨਾਈਟ੍ਰੋਜਨ 1 ਹੈ। ਤਿੰਨੋਂ ਹਾਈਡਰੋਜਨ ਨਾਈਟ੍ਰੋਜਨ ਦੇ ਨਾਲ ਬੌਂਡ ਬਣਾਉਂਦੇ ਹਨ। ਇਸ ਦਾ ਮਤਲਬ
नाइट्रोजन की वैलेंसी 3 है। CH4 कार्बन 1 हाइड्रोजन 4, चारे हाइड्रोजन कार्बन के नाल बॉन्ड बनाते हैं, तो इसका मतलब जो कार्बन की वैलेंसी है वो 4 होगी। इस तो इलावा अगे जाके आपां तुहानूं कुछ वैलेंसी याद करनी पऊगी, वो आपां फॉर्मूला लिखण वेले आपां नूं ध्यान च रखना होवेगा, वो आपां अगे जाके पढ़ांगे। फॉर्मूला द सिंबॉलिकली रिप्रजेंटेशन ऑफ ए कैमिकल कंपाउंड इज कॉल्ड फॉर्मूला। किसी भी कैमिकल कंपाउंड नूं रिप्रजेंट करने वास्ते एक आपां सिंबल यूज़ करते हैं, तो उस जिहड़े सिंबल रिप्रजेंटेशन है उस नूं आपां उस मॉलीक्यूल का फॉर्मूला आखते हैं। उदाहरण के तौर पर कार्बन डाइऑक्साइड, कार्बन डाइऑक्साइड नूं रिप्रजेंट किया है CO2। सिंबोलिकली कार्बन डाइऑक्साइड नूं आपां CO2 रिप्रजेंट करते हैं। CO2 कार्बन डाइऑक्साइड का फॉर्मूला है। वाटर, वाटर नूं आपां सिंबोलिकली रिप्रजेंट करते हैं H2O। H2O वाटर का फॉर्मूला है। सोडियम क्लोराइड, सोडियम क्लोराइड नूं आपां सिंबोलिकली रिप्रजेंट करते हैं NaCl। NaCl सोडियम क्लोराइड का फॉर्मूला है। नेक्स्ट आयंस, कंपाउंड्स composed of metals and non-metals contain charged species. The charged species are known as ions। कोई भी कंपाउंड है वो मैटल ਅਤੇ नॉन मैटल तो मिल के बनया ਹੁੰਦਾ है। मैटल ਅਤੇ नॉन मैटल ਦੇ ਉੱਪਰ कोई ना कोई चार्ज होऊगा, उस चार्ज स्पीसीज ਨੂੰ ਆਪਾਂ आयंस आखते हैं। द चार्ज स्पीसीज आर नाउन एज आयंस। आयंस है ਜਿਹੜੇ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਨੇ, ਜਾਂ ਤਾਂ ਉਹਦੇ ਉੱਪਰ ਪੋਜ਼ਿਟਿਵ ਚਾਰਜ ਹੋਊਗਾ ਜਾਂ ਫਿਰ ਉਸ ਦੇ ਉੱਪਰ ਨੈਗੇਟਿਵ ਚਾਰਜ ਹੋਊਗਾ। ਐਨ ਆਇਨ ਇਜ਼ ਚਾਰਜ ਪਾਰਟੀਕਲ ਐਂਡ कैन बी negatively or positively charged। Ions may consist of single charged atom or group of atom that have net charge on them। जो आयन है वो एक एटम भी हो सकता है ਜਾਂ ग्रुप ऑफ एटम भी हो सकता है, वो ग्रुप ऑफ एटम के उपर चार्ज ਨੂੰ ਹੋਊਗਾ। जो उदाहरण के तौर पर H ਨੈਗੇਟਿਵ, H ਨੈਗੇਟਿਵ का मतलब की है हाइड्रोजन एक इलैक्ट्रॉन ते एक प्रोटॉन ਹੁੰਦਾ है। ਜਦੋਂ हाइड्रोजन एक इलैक्ट्रॉन गेन कर ਲੈਂਦਾ है तो उस दे उपर एक यूनिट नैगेटिव चार्ज आ जाता है, तो उन्होंने आपां रिप्रजेंट करते हैं H नैगेटिव। कोई भी एटम है वो इलैक्ट्रिकली न्यूट्रल होता है, परंतु जदों वो एटम इलैक्ट्रॉन गेन या लॉस करता है, मतलब जदों वो एटम इलैक्ट्रॉन लै लैंदा है या दे दिंदा है तो उस उपर चार्ज आ जाता है। जे इलैक्ट्रॉन दिंदा है तो उसके उपर पॉजिटिव चार्ज आएगा, जे इलैक्ट्रॉन लैंदा है तो उसके उपर नैगेटिव चार्ज आएगा। H नैगेटिव, इसका मतलब हाइड्रोजन ने एक इलैक्ट्रॉन ले लिया। Na पॉजिटिव, इसका मतलब सोडियम ने एक इलैक्ट्रॉन दे दिता। Cl नैगेटिव, इसका मतलब क्लोरीन ने एक इलैक्ट्रॉन ले लिया। NH4 पॉजिटिव, एक ग्रुप ऑफ एटम्स है। NH4 ਦੇ ਉੱਪਰ एक यूनिट पॉजिटिव चार्ज है, ये अमोनीयम आयन बोलते हैं इसनों ਆਪਾਂ। SO4 2 नैगेटिव सल्फेट आयन, SO4 ਦੇ ਉੱਪਰ 2 यूनिट नैगेटिव चार्ज। आयंस आर फर्दर डिवाइडेड इनटू अनाइन एंड कंटाइंस। देखो आप हुणी पढ़ के हटे सी आयन की है चार्ज स्पीसीज है,
ਆਈਦਰ ਪੋਜ਼ਿਟਿਵ ਔਰ ਨੈਗੇਟਿਵ, ਮਤਲਬ ਆਇਨ ਉਹ ਸਪੀਸੀਜ਼ ਹੈ ਜਿਹਦੇ ਉੱਤੇ ਚਾਰਜ ਹੋਵੇ, ਜਾਂ ਪੋਜ਼ਿਟਿਵ ਜਾਂ ਨੈਗੇਟਿਵ। ਹੁਣ ਚਾਰਜ ਦੇ ਆਧਾਰ 'ਤੇ ਆਪਾਂ ਆਇਨਸ ਨੂੰ ਦੋ ਪਾਰਟ ਦੇ ਵਿੱਚ ਵੰਡਿਆ ਹੈ। ਅਨਾਇਨਸ, ਇਹ ਨੈਗੇਟਿਵਲੀ ਚਾਰਜ ਸਪੀਸੀਜ਼ ਇਜ਼ ਕਾਲਡ ਅਨਾਇਨ। ਉਹ ਚਾਰਜ ਸਪੀਸੀਜ਼ ਜਿਹਦੇ ਉੱਤੇ ਨੈਗੇਟਿਵ ਚਾਰਜ ਹੈ ਉਸ ਨੂੰ ਆਪਾਂ ਅਨਾਇਨ ਆਖਦੇ ਹਾਂ। ਉਦਾਹਰਨ ਦੇ ਤੌਰ 'ਤੇ Cl ਨੈਗੇਟਿਵ। ਅਨਾਇਨਸ ਆਰ ਆਲਸੋ ਨਾਊਨ ਐਜ਼ ਐਸਿਡ ਰੈਡੀਕਲਸ। ਅਨਾਇਨਸ ਨੂੰ ਆਪਾਂ ਐਸਿਡ ਰੈਡੀਕਲ ਵੀ ਆਖਦੇ ਹਾਂ। ਕਟਾਇਨਸ, ਦ ਪੋਜ਼ਿਟਿਵਲੀ ਚਾਰਜਡ ਆਇਨ ਇਜ਼ ਕਾਲਡ ਕਟਾਇਨ। ਉਹ ਚਾਰਜ ਸਪੀਸੀਜ਼ ਜਿਸ ਦੇ ਉੱਪਰ ਪੋਜ਼ਿਟਿਵ ਚਾਰਜ ਹੈ ਉਸ ਨੂੰ ਕਟਾਇਨ ਆਖਦੇ ਹਾਂ। ਉਦਾਹਰਨ ਦੇ ਤੌਰ 'ਤੇ Na ਪੋਜ਼ਿਟਿਵ। ਕਟਾਇਨ ਆਰ ਆਲਸੋ ਨਾਊਨ ਐਜ਼ ਬੇਸਿਕ ਰੈਡੀਕਲ। ਕਟਾਇਨ ਨੂੰ ਬੇਸਿਕ ਰੈਡੀਕਲ ਵੀ ਆਖਦੇ ਹਨ। ਉਦਾਹਰਨ ਦੇ ਤੌਰ 'ਤੇ HCl ਐਸਿਡ ਹੈ, ਪਲੱਸ NaOH ਬੇਸ ਹੈ। ਰਿਐਕਸ਼ਨ ਹੋ ਗਈ, ਜੋ ਆਪਣਾ ਪ੍ਰੋਡਕਟ ਬਣਿਆ ਐਸਿਡ ਬੇਸ ਰਿਐਕਸ਼ਨ ਹੋ ਗਈ, ਤਾਂ ਜੋ ਆਪਣਾ ਪ੍ਰੋਡਕਟ ਹੈ ਉਹ ਕੀ ਬਣ ਗਿਆ, NaCl ਜੋ ਸਾਲਟ ਹੈ ਪਲੱਸ ਵਾਟਰ। ਹੁਣ NaCl ਦੇ ਵਿੱਚ Na ਪੋਜ਼ਿਟਿਵ ਕਿਸ ਤੋਂ ਆਇਆ, ਬੇਸ ਤੋਂ। Cl ਨੈਗੇਟਿਵ ਕਿਸ ਤੋਂ ਆਇਆ, ਐਸਿਡ ਤੋਂ। ਪੋਜ਼ਿਟਿਵ ਪਾਰਟ ਬੇਸ ਤੋਂ ਆਇਆ, ਇਸ ਕਰਕੇ ਜੋ ਵੀ ਪੋਜ਼ਿਟਿਵ ਚਾਰਜ ਸਪੀਸੀਜ਼ ਹੈ ਉਸ ਨੂੰ ਆਪਾਂ ਬੇਸਿਕ ਰੈਡੀਕਲ ਆਖਦੇ ਹਾਂ। ਜੋ Cl ਨੈਗੇਟਿਵ ਉਹ ਐਸਿਡ ਤੋਂ ਆਇਆ, ਮਤਲਬ ਨੈਗੇਟਿਵ ਸਪੀਸੀਜ਼ ਐਸਿਡ ਤੋਂ ਆਉਂਦੀ ਹੈ ਤਾਂ ਉਸ ਨੂੰ ਆਪਾਂ ਐਸਿਡ ਰੈਡੀਕਲ ਆਖਦੇ ਹਾਂ। ਨੇਮ ਐਂਡ ਸਿੰਬਲ ਆਫ ਸਮ ਕਾਮਨ ਆਇਨਸ, ਇਹ ਤੁਸੀਂ ਯਾਦ ਕਰਨੇ ਆ। ਇੱਕ ਦੋ ਵਾਰ ਲਿਖ ਕੇ ਦੇਖੋਗੇ, ਰੀਡ ਕਰੋਗੇ, ਤੁਹਾਨੂੰ ਯਾਦ ਹੋ ਜਾਣਗੇ। ਇਹਨਾਂ ਨੂੰ ਯਾਦ ਕਰਕੇ ਹੀ ਆਪਾਂ ਅਗਲਾ ਟੌਪਿਕ ਪੜ੍ਹ ਸਕਦੇ ਹਾਂ, ਜਿਸ ਦੇ ਵਿੱਚ ਕਿ ਆਪਾਂ ਫਾਰਮੂਲਾ ਲਿਖਣਾ ਸਿੱਖਾਂਗੇ। ਰੂਲਸ ਫਾਰ ਰਾਈਟਿੰਗ ਏ ਕੈਮੀਕਲ ਫਾਰਮੂਲਾ। ਵੈਸੇ ਆਪਾਂ ਇਹ ਰੂਲ ਸਮਝਣੇ ਹੈ, ਯਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ, ਠੀਕ ਹੈ। ਪਹਿਲਾ ਰੂਲ ਨੰਬਰ 1, ਦ ਵੈਲੈਂਸੀਜ਼ ਔਰ ਚਾਰਜ ਔਨ ਦਾ ਆਇਨਸ ਮਸਟ ਬੈਲੈਂਸ। ਕਹਿਣ ਦਾ ਮਤਲਬ ਹੈ ਕਿਸੇ ਵੀ ਮੋਲੀਕਿਊਲਸ ਦੇ ਵਿੱਚ ਜਾਂ ਕੰਪਾਊਂਡ ਦੇ ਵਿੱਚ ਜਿਹੜਾ ਪੋਜ਼ਿਟਿਵ ਚਾਰਜ ਅਤੇ ਨੈਗੇਟਿਵ ਚਾਰਜ ਹੈ ਉਹ ਬਰਾਬਰ ਹੋਊ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਓਵਰਆਲ ਜਿਹੜਾ ਆਪਣਾ ਕੰਪਾਊਂਡ ਹੈ ਉਹ ਕੀ ਹੋਊਗਾ, ਇਲੈਕਟ੍ਰੀਕਲੀ ਨਿਊਟਰਲ ਹੋਊ। ਜਿੰਨਾ ਕਿਸੇ ਵੀ ਕੰਪਾਊਂਡ ਦੇ ਵਿੱਚ ਜਾਂ ਮੋਲੀਕਿਊਲਸ ਦੇ ਵਿੱਚ ਪੋਜ਼ਿਟਿਵ ਚਾਰਜ ਹੋਊਗਾ ਓਨਾ ਹੀ ਉਹਦੇ ਵਿੱਚ ਨੈਗੇਟਿਵ ਚਾਰਜ ਹੋਊਗਾ। 2 ਸੈਕਿੰਡ, ਜਿਹੜਾ ਆਪਣਾ ਕੰਪਾਊਂਡ ਹੈ ਉਹ ਮੈਟਲ ਤੇ ਨੋਨ ਮੈਟਲ ਤੋਂ ਮਿਲ ਕੇ ਬਣਿਆ ਹੋਊਗਾ, ਠੀਕ ਹੈ। ਜਦੋਂ ਵੀ ਆਪਾਂ ਕਿਸੇ ਵੀ ਕੈਮੀਕਲ ਕੰਪਾਊਂਡ ਦਾ ਫਾਰਮੂਲਾ ਲਿਖਣਾ, ਹਮੇਸ਼ਾ ਹੀ ਆਪਾਂ ਜਿਹੜੀ ਪੋਜ਼ਿਟਿਵ ਚਾਰਜਿਸ ਸਪੀਸੀਜ਼ ਹੈ ਉਹਨੂੰ ਹਮੇਸ਼ਾ ਆਪਾਂ ਲੈਫਟ ਸਾਈਡ 'ਤੇ ਲਿਖਣਾ ਹੈ। ਜਿਹੜੀ ਨੈਗੇਟਿਵ ਚਾਰਜ ਹੈ ਉਹਨੂੰ ਹਮੇਸ਼ਾ ਆਪਾਂ ਰਾਈਟ ਸਾਈਡ 'ਤੇ ਲਿਖਾਂਗੇ। ਉਦਾਹਰਨ ਦੇ ਤੌਰ 'ਤੇ ਜਾਂ ਫਿਰ ਮੈਂ ਇਸ ਤਰ੍ਹਾਂ ਵੀ ਕਹਿ ਸਕਦਾ, ਜੋ ਮੈਟਲ ਹੈ ਉਹ ਲੈਫਟ ਸਾਈਡ 'ਤੇ ਲਿਖਾਂਗੇ, ਜੋ ਨੋਨ ਮੈਟਲ ਹੈ ਉਹਨੂੰ ਆਪਾਂ ਰਾਈਟ ਸਾਈਡ 'ਤੇ ਲਿਖਾਂਗੇ। ਉਦਾਹਰਨ ਦੇ ਤੌਰ 'ਤੇ ਕੈਲਸ਼ੀਅਮ ਆਕਸਾਈਡ, ਕੈਲਸ਼ੀਅਮ ਮੈਟਲ, ਆਕਸੀਜਨ ਨੋਨ ਮੈਟਲ, ਤਾਂ ਕੈਲਸ਼ੀਅਮ ਨੂੰ ਆਪਾਂ ਲੈਫਟ ਸਾਈਡ 'ਤੇ ਲਿਖਾਂਗੇ, ਆਕਸੀਜਨ ਨੂੰ ਆਪਾਂ ਰਾਈਟ ਸਾਈਡ 'ਤੇ ਲਿਖਾਂਗੇ। ਸੋਡੀਅਮ ਕਲੋਰਾਈਡ NaCl, ਸੋਡੀਅਮ ਮੈਟਲ, ਕਲੋਰੀਨ ਨੋਨ ਮੈਟਲ, ਤਾਂ ਜਿਹੜੀ ਸੋਡੀਅਮ ਹੈ ਉਹਨੂੰ ਆਪਾਂ ਲੈਫਟ ਸਾਈਡ 'ਤੇ ਲਿਖਾਂਗੇ, ਜਿਹੜਾ ਕਲੋਰਾਈਡ ਆਇਨ ਹੈ ਉਹਨੂੰ ਆਪਾਂ ਰਾਈਟ ਸਾਈਡ 'ਤੇ ਲਿਖਾਂਗੇ। ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਪੋਜ਼ਿਟਿਵ ਚਾਰਜ ਵਾਲੀ ਜਿਹੜਾ ਵੀ ਆਪਣਾ ਆਇਨ ਹੋਊਗਾ ਉਹਨੂੰ ਹਮੇਸ਼ਾ ਆਪਾਂ
ਖੱਬੇ ਪਾਸੇ ਲਿਖਣਾ ਹੈ, ਜਿਹੜਾ ਨੈਗੇਟਿਵ ਚਾਰਜ ਆਇਨ ਹੋਊਗਾ ਉਹਨੂੰ ਹਮੇਸ਼ਾ ਆਪਾਂ ਸੱਜੇ ਪਾਸੇ ਲਿਖਣਾ ਹੈ। ਹੁਣ ਤੱਕ ਜਿਹੜੇ ਆਪਾਂ ਪੜ੍ਹੇ ਆ ਉਹ ਐਟਮ ਦੇ ਉੱਪਰ ਚਾਰਜ ਸੀਗਾ। ਹੁਣ ਜੇ ਆਪਣੇ ਕੋਲ ਗਰੁੱਪ ਆਫ ਐਟਮ ਹੈ, ਜੇ ਉਹਦੇ ਉੱਪਰ ਚਾਰਜ ਹੈ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ, ਜਦੋਂ ਗਰੁੱਪ ਆਫ ਐਟਮ ਆ ਗਿਆ ਤਾਂ ਉਹਨੂੰ ਆਪਾਂ ਬ੍ਰੈਕਟ ਦੇ ਵਿੱਚ ਬੰਦ ਕਰਕੇ ਫਿਰ ਉਹਦੇ ਉਹ ਚਾਰਜ ਲਿਖਣਾ। ਠੀਕ ਹੈ, ਉਦਾਹਰਨ ਦੇ ਤੌਰ 'ਤੇ ਜਿਵੇਂ ਕਿ NH4 ਥਰਾਈਸ PO4। ਹੁਣ ਜੇ ਆਪਾਂ NH4 3 ਬਿਨਾਂ ਬ੍ਰੈਕਟ ਲਗਾਏ ਲਿਖਦੇ ਆ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ। ਠੀਕ ਹੈ, ਤਾਂ ਜਦੋਂ ਵੀ ਆਪਣੇ ਕੋਲੇ ਪੋਲੀ ਐਟੋਮਿਕ ਆਇਨ ਆ ਜੇ ਤਾਂ ਹਮੇਸ਼ਾ ਉਹਨੂੰ ਬ੍ਰੈਕਟ ਦੇ ਵਿੱਚ ਬੰਦ ਕਰਕੇ ਫਿਰ ਆਪਾਂ ਨੰਬਰ ਆਫ ਆਇਨਸ ਲਿਖਣੇ। ਕਿਸੇ ਵੀ ਮੋਲੀਕਿਊਲ ਦਾ ਜਿਹੜਾ ਕੈਮੀਕਲ ਫਾਰਮੂਲਾ ਹੈ ਉਹ ਕਿਸ ਤਰ੍ਹਾਂ ਲਿਖਣਾ ਹੈ, ਆਪਾਂ ਕੀ ਕਰਦੇ ਹਾਂ, ਇੱਕ ਕਟਾਇਨ ਤੇ ਇੱਕ ਅਨਾਇਨ ਆਪਣੇ ਕੋਲੋਂ ਮੰਨ ਕੇ ਚੱਲਦੇ ਹਾਂ। ਠੀਕ ਹੈ, ਕਟਾਇਨ ਆਪਣਾ ਹੈ M2 ਪੋਜ਼ੀਟਿਵ, ਜਿਹੜਾ ਅਨਾਇਨ ਹੈ ਉਹ ਹੈ A4 ਨੈਗੇਟਿਵ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, ਖੱਬੇ ਪਾਸੇ 'ਤੇ ਕਟਾਇਨ ਕਿੰਨਾ ਚਾਰਜ ਆ ਉਹ ਉੱਪਰ ਲਿਖ ਲਾਂਗੇ, ਸੱਜੇ ਪਾਸੇ 'ਤੇ ਅਨਾਇਨ ਜਿੰਨਾ ਚਾਰਜ ਹੈ ਉਹ ਵੀ ਉੱਪਰ ਲਿਖ ਲਾਂਗੇ। ਪਹਿਲਾ ਸਟੈਪ। ਦੂਸਰੇ ਸਟੈਪ ਦੇ ਵਿੱਚ ਜੋ ਚਾਰਜ ਹੈ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਉਹ ਹਟਾ ਦਾਂਗੇ, ਬਟ ਉਹਦਾ ਮੈਗਨੀਚਿਊਡ ਲਿਖਿਆ ਜਾਵਾਂਗੇ। ਜਿਵੇਂ ਹੁਣ M ਦੇ ਉੱਪਰ 2 ਯੂਨਿਟ ਪੋਜ਼ਿਟਿਵ ਚਾਰਜ ਸੀ, 2 ਲਿਖਿਆ ਰਹੂਗਾ, ਪੋਜ਼ਿਟਿਵ ਹਟਾ ਦਾਂਗੇ। ਇਹਦੇ ਉੱਪਰ 4 ਯੂਨਿਟ ਨੈਗੇਟਿਵ ਚਾਰਜ ਸੀ, 4 ਲਿਖਿਆ ਰਹੂਗਾ, ਨੈਗੇਟਿਵ ਹਟਾ ਦਾਂਗੇ। ਫਿਰ ਤੀਸਰੇ ਸਟੈਪ ਦੇ ਵਿੱਚ ਕੀ ਕਰਨਾ ਹੈ, ਚਾਰਜ ਹੈ ਜੇ ਉਹਨਾਂ ਦੇ ਵਿੱਚੋਂ ਕੋਈ ਵੀ ਹਾਈਐਸਟ ਕਾਮਨ ਫੈਕਟਰ ਹੈ ਤਾਂ ਉਸ ਹਾਈਐਸਟ ਕਾਮਨ ਫੈਕਟਰ ਦੇ ਨਾਲ ਡਿਵਾਈਡ ਕਰ ਦਿਓ। ਹੁਣ 2 ਅਤੇ 4 ਦੇ ਵਿੱਚ ਹਾਈਐਸਟ ਕਾਮਨ ਫੈਕਟਰ ਹੈ 2 ਆ ਗਿਆ, ਦੋਨਾਂ ਸਾਈਡ 'ਤੇ ਆਪਾਂ 2 ਨਾਲ ਡਿਵਾਈਡ ਕਰ ਦਾਂਗੇ। 2 ਨੂੰ 2 ਨਾਲ ਡਿਵਾਈਡ ਕੀਤਾ ਤਾਂ 1 ਆ ਗਿਆ, ਅਤੇ 4 ਨੂੰ 2 ਨਾਲ ਡਿਵਾਈਡ ਕੀਤਾ ਤਾਂ ਕੀ ਆ ਗਿਆ, 2 ਆ ਗਿਆ। ਫਿਰ ਆਪਾਂ ਕੀ ਕਰਨਾ ਹੈ, ਜਿਹੜੀ ਡਿਵਾਈਡ ਕਰਨ ਤੋਂ ਬਾਅਦ 'ਚੋਂ M ਦੇ ਉੱਪਰ 1 ਰਹਿ ਗਿਆ, A ਦੇ ਉੱਪਰ ਜਿਹੜੀ ਪਾਵਰ ਹੈ ਉਹ ਕਿੰਨੀ ਆ ਗਈ, 2 ਆ ਗਈ। ਹੁਣ ਆਪਾਂ ਕ੍ਰੋਸ ਕਰਨਾ ਹੈ, ਜਿਹੜੀ M ਦੀ ਪਾਵਰ ਹੈ ਉਹ ਕੀ ਬਣ ਜੂ, A ਦੀ ਸਬਸਕ੍ਰਿਪਟ ਬਣ ਜੂ। ਜਿਹੜੀ A ਦੀ ਪਾਵਰ 2 ਹੈ ਉਹ ਕੀ ਬਣ ਜੂਗਾ, ਕ੍ਰੋਸ M ਦੀ ਜਿਹੜੀ ਸਬਸਕ੍ਰਿਪਟ 2 ਬਣ ਜੂ। ਤਾਂ ਜਿਹੜਾ ਆਪਣਾ ਫਾਰਮੂਲਾ ਹੋ ਜੂਗਾ ਉਹ ਕੀ ਹੋ ਜੂਗਾ, M2A। ਠੀਕ ਹੈ, ਜੇ ਨਾ ਸਮਝ ਆਪਾਂ ਹੋਰ ਸਮਝਣ ਵਾਸਤੇ ਆਪਾਂ ਇੱਕ ਅੱਧੀ ਐਗਜ਼ਾਮਪਲ ਹੋਰ ਵੀ ਕਰਾਂਗੇ। ਠੀਕ ਹੈ, ਨੈਕਸਟ ਆਪਣੇ ਅਮੋਨੀਅਮ ਫੋਸਫੇਟ। ਅਮੋਨੀਅਮ NH4 ਪੋਜ਼ੀਟਿਵ, ਫੋਸਫੇਟ PO4 3 ਨੈਗੇਟਿਵ। ਦੇਖੋ ਸਟੈਪ 1 ਪੋਜ਼ੀਟਿਵ ਆਇਨ ਲਿਖ ਲਿਆ ਲੈਫਟ ਸਾਈਡ, ਅਤੇ ਰਾਈਟ ਸਾਈਡ 'ਤੇ ਆਪਾਂ ਨੈਗੇਟਿਵ ਆਇਨ ਲਿਖ ਲਿਆ। ਠੀਕ ਹੈ, ਹੁਣ ਦੇਖੋ ਆਇਨ ਨੂੰ ਆਪਾਂ ਪੋਲੀਐਟੋਮਿਕ ਆਇਨ ਆ ਦੋਨੋਂ ਹੀ, ਪੋਜ਼ੀਟਿਵ ਵਾਲਾ ਵੀ ਨੈਗੇਟਿਵ ਵਾਲਾ ਵੀ, ਦੋਨਾਂ ਨੂੰ ਬ੍ਰੈਕਟ ਦੇ ਵਿੱਚ ਲਿਖ ਲਿਆ। ਚਾਰਜ ਉਸੇ ਤਰ੍ਹਾਂ ਹੀ ਉੱਪਰ ਲਿਖਿਆ ਹੋਇਆ। ਦੂਸਰੇ ਸਟੈਪ ਦੇ ਵਿੱਚ ਆਪਾਂ ਚਾਰਜ ਹਟਾਤਾ, ਇਕੱਲਾ ਮੈਗਨੀਚਿਊਡ ਲਿਖਿਆ ਹੋਇਆ। ਠੀਕ ਹੈ, ਹੁਣ 1 ਅਤੇ 3 ਦੇ ਵਿੱਚ ਕੋਈ ਹਾਈਐਸਟ ਕਾਮਨ ਫੈਕਟਰ ਨਹੀਂ, ਤਾਂ ਜਿਹੜਾ ਤੀਸਰਾ ਸਟੈਪ ਅਤੇ ਦੂਸਰਾ ਸਟੈਪ ਆ ਉਹ ਸੇਮ ਉਸੇ ਤਰ੍ਹਾਂ ਹੀ ਲਿਖ ਲਿਆ। ਤੀਸਰੇ ਸਟੈਪ ਚੌਥੇ ਸਟੈਪ 'ਚ ਆਪਾਂ ਕੀ ਕਰਦੇ ਹਾਂ, ਜਿਹੜਾ ਪੋਜ਼ੀਟਿਵ ਆਇਨ ਦੀ ਪਾਵਰ ਹੈ ਉਹ ਕੀ ਹੈ, ਨੈਗੇਟਿਵ ਆਇਨ ਦੀ ਸਬਸਕ੍ਰਿਪਟ ਬਣ ਗਈ। ਜਿਹੜੀ ਨੈਗੇਟਿਵ ਆਇਨ ਦੀ ਪਾਵਰ ਹੈ ਉਹ ਪੋਜ਼ੀਟਿਵ ਆਇਨ ਦੀ ਸਬਸਕ੍ਰਿਪਟ ਬਣ ਗਈ। ਤਾਂ ਜਿਹੜਾ ਆਪਣਾ ਫਾਰਮੂਲਾ ਹੈ ਉਹ ਕੀ ਬਣ ਗਿਆ, NH4 3 ਟਾਈਮਸ PO4। ਮਤਲਬ NH4 ਹੈ ਉਹ 3 ਵਾਰ ਹੈ, ਜਿਹੜਾ PO4 ਹੈ ਉਹ
ਇੱਕ ਵਾਰ। ਇਹ ਤੁਸੀਂ ਆਪਣੇ ਆਪ ਕਰਨੀਆਂ ਨੇ। ਆਪਾਂ ਜਦੋਂ ਵੀ ਨੈਕਸਟ ਟਾਈਮ ਮਿਲਾਂਗੇ ਤੁਸੀਂ ਇਹਨਾਂ ਨੂੰ ਸੋਲਵ ਕਰਕੇ ਦੇਖਿਓ। ਜੇ ਕੋਈ ਪ੍ਰੋਬਲਮ ਹੋਈ ਤਾਂ ਉਹ ਆਪਾਂ ਡਿਸਕਸ ਕਰ